ਕੇਂਦਰ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਕਿਸਾਨਾਂ ਦੇ ਹਿੱਤ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਲਈ ਕਰ ਰਹੇ ਹਾਂ, ਪਰ ਜੋ ਇਸ ਵੇਲੇ ਮਾਹੌਲ ਬਣਿਆ ਉਹਦੇ ਤੋਂ ਲੱਗ ਰਿਹਾ ਹੈ ਜਿੱਦਾਂ ਕਿਸਾਨ ਕਹਿ ਰਿਹਾ ਹੈ ਕਿ ਕੇਂਦਰ ਬੇਈਮਾਨ ਹੈ ਇਸ ਮੁੱਦੇ ਤੇ। ਇਹਨਾਂ ਤਿੰਨਾਂ ਐਕਟਾਂ ਦੇ ਨਾਲ ਕਾਨੂੰਨਾਂ ਦੇ ਨਾਲ, ਜਿਨ੍ਹਾਂ ਨੂੰ ਕਾਲੇ ਕਾਨੂੰਨ ਕਿਹਾ ਜਾਂਦਾ ਹੈ, ਇਹਦੇ ਨਾਲ ਕੋਈ 50% ਹਿੰਦੁਸਤਾਨ ਜਿਹੜਾ ਹੈ ਉਹ ਡਿਸਟਰਬ ਹੋ ਗਿਆ, ਡਿਸਟਰਬਡ ਫੀਲ ਕਰ ਰਿਹਾ। ਪ੍ਰਾਈਮ ਮਿਨਿਸਟਰ ਸਾਹਿਬ ਨੂੰ ਪਤਾ ਨਹੀਂ ਕੀ ਗੱਲ ਹੈ, ਕਿਉਂ ਉਹ ਅਸੱਤਿਆ ਸੱਚ ਨਹੀਂ ਅਸੱਤਿਆ ਤੋਂ ਕਿਉਂ ਕੰਮ ਇੰਨਾ ਲੈਂਦੇ। ਕ੍ਰੈਡੀਬਿਲਿਟੀ ਸਰਕਾਰ ਦੀ ਪਿਛਲੇ ਕੁਝ ਸਾਲਾਂ ਤੋਂ ਬਹੁਤ ਗਿਰੀ ਹੈ ਔਰ ਇਹਦੇ ਨਾਲ ਸਾਡਾ ਸਾਰੀ ਨੇਸ਼ਨ ਦਾ ਸਿਰ ਝੁਕਦਾ ਹੈ। ਨੈਸ਼ਨਲ ਕਰੈਕਟਰ ਜਿਹੜਾ ਹੈਗਾ ਕੇਂਦਰ ਦੀ ਇਸ ਮੂਵ ਦੇ ਨਾਲ ਹੇਠਾਂ ਗਿਆ, ਪਰ ਕੇਂਦਰ ਲਗਾਤਾਰ ਇਹ ਕਹਿ ਰਿਹਾ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਹੈ, ਕਦੇ ਉਹ ਕਹਿੰਦੇ ਜੀ ਇਹਨੂੰ ਖਾਲਿਸਤਾਨੀਆਂ ਦੀ ਹਮਾਇਤ ਹੈ, ਕਦੇ ਕਹਿੰਦੇ ਨਕਸਲੀਆਂ ਦੀ ਹਮਾਇਤ ਹੈ, ਕਦੇ ਕਹਿੰਦੇ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦੇ ਗੁੰਮਰਾਹ ਹੋਏ ਕਿਸਾਨ ਨੇ। ਇੱਕ ਛੋਟੇ ਜਿਹੇ ਐਡਵਾਂਟੇਜ ਵਾਸਤੇ ਝੂਠ ਬੋਲ ਲਿਆ, ਇੱਕ ਕੌਨਸਪੀਰੇਸੀ ਵੀ ਹੋਈ ਹੈ, ਉਹਦੇ ਵਿੱਚ ਸਰਕਾਰ ਕਿੱਥੋਂ ਤਾਈਂ ਸ਼ਾਮਲ ਹੈ, ਹਰ ਕੋਈ ਸੋਚ ਰਿਹਾ ਇਹਨਾਂ ਗੱਲਾਂ ਬਾਰੇ। ਝੂਠ ਬੋਲ ਕੇ ਸਰਕਾਰ ਸਮਝਦੀ ਹੈ, ਸਰਕਾਰ ਦੇ ਗੋਦੀ ਮੀਡੀਆ ਵੀ ਸਮਝਦਾ ਹੈ ਕਿ ਅਸੀਂ ਬਹੁਤ ਫਾਇਦਾ ਕਰ ਰਹੇ ਹਾਂ, ਅਸੀਂ ਜਿੱਤ ਰਹੇ ਹਾਂ, ਲੇਕਿਨ ਵਿੱਚੋਂ ਖੋਖਲਾਪਣ ਦਿਖਾਈ ਦੇ ਰਿਹਾ। ਸਰਕਾਰ ਇਹ ਕਹਿ ਰਹੀ ਹੈ ਕਿ ਕੇਂਦਰ ਜਿਹੜਾ ਜਦੋਂ ਸੋਧਾਂ ਕਰਨ ਦੇ ਲਈ ਤਿਆਰ ਹੈ ਤਾਂ ਕਿਉਂ ਕਿਸਾਨ ਇਸ ਗੱਲ ਤੇ ਬਿਜ਼ਦ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਆ। ਜਿਹੜੇ ਪੋਲੀਟੀਕਲ ਲੈਵਲਸ ਨੇ ਉਹ ਵੀ ਕਹਿੰਦੇ ਕਿ ਸਾਨੂੰ ਪੂਰੀ ਤਰ੍ਹਾਂ ਕੰਸਲਟੇਸ਼ਨ ਨਹੀਂ ਹੋਈ, ਇਹਨੂੰ ਜਲਦੀ ਦੇ ਵਿੱਚ ਕੀਤਾ ਗਿਆ। ਰਾਜ ਸਭਾ ਦੇ ਵਿੱਚ ਵੋਟਿੰਗ ਠੀਕ ਤਰ੍ਹਾਂ ਨਹੀਂ ਹੋਈ ਜਿਵੇਂ ਉਹ ਚਾਹੁੰਦੀ ਸੀ, ਆਪੋਜੀਸ਼ਨ ਚਾਹੁੰਦੀ ਸੀ, ਔਰ ਇਹਨੂੰ ਜਲਦੀ ਕੀਤਾ ਗਿਆ। ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ। ਜਿਹੜੀਆਂ ਤੁਹਾਡੇ ਰਸਤੇ 'ਚ ਤੁਸੀਂ ਆਪ ਸੂਲਾਂ ਉਗਾਈਆਂ ਨੇ, ਤੁਸੀਂ ਉਹਨਾਂ ਦਾ ਧਿਆਨ ਕਰਕੇ ਆਪਣਾ ਰਸਤਾ ਥੋੜ੍ਹਾ ਜਿਹਾ ਬਦਲਣ ਦੀ ਕੋਸ਼ਿਸ਼ ਕਰੋ। ਇਹੋ ਇੱਕ ਸੁਨੇਹਾ ਹਰ ਇੰਟੈਲੀਜੈਂਸੀਆ ਨੂੰ, ਸਰਕਾਰ ਨੂੰ ਦੇਣਾ ਚਾਹੀਦਾ ਹੈ। ਆਮੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਹਨ ਸਵਰਨ ਸਿੰਘ ਬੋਪਾਰਾਏ, ਸਾਬਕਾ ਸੀਨੀਅਰ IAS ਅਧਿਕਾਰੀ, ਕੀਰਤੀ ਚੱਕਰ ਨਾਲ ਸਨਮਾਨਿਤ ਹਸਤੀ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਸਹੁੰ ਖਾਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ। ਮੈਂ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਆਪਣੇ ਪੱਤਰਕਾਰੀ ਦੇ ਕੈਰੀਅਰ ਦੇ ਵਿੱਚ ਬੋਪਾਰਾਏ ਸਾਹਿਬ ਇੱਕ ਬੇਦਾਗ ਹਸਤੀ। 80 ਸਾਲ ਦੀ ਉਮਰ 'ਚ ਵੀ ਜਦੋਂ ਗੱਲ ਕਰਦੇ ਹੈ ਤਾਂ ਇੰਝ ਲੱਗਦਾ ਜਿਵੇਂ ਪੰਜਾਬ ਬੋਲਦਾ ਹੈ। ਕਿਸਾਨੀ ਅੰਦੋਲਨ ਦੇ ਮੁੱਦੇ 'ਤੇ ਇਹਨਾਂ ਨੇ ਆਪਣੇ ਸਾਬਕਾ IAS ਅਧਿਕਾਰੀਆਂ, IPS ਅਧਿਕਾਰੀਆਂ, ਸਾਬਕਾ ਫੌਜੀਆਂ, ਸਿਵਲ ਅਧਿਕਾਰੀਆਂ ਨਾਲ ਮਿਲ ਕੇ ਕਿਸਾਨਾਂ ਦੇ ਹਿੱਤ ਲਈ ਬਣਾਇਆ ਫੋਰਮ। ਸਿਰਕੱਢ ਆਗੂ ਨੇ ਉਸ ਫੋਰਮ ਦੇ। ਇਹਨਾਂ ਸਾਰੇ ਮੁੱਦਿਆਂ 'ਤੇ ਆਪਾਂ ਇਹਨਾਂ ਨਾਲ ਕਰਾਂਗੇ ਚਰਚਾ। ਬੋਪਾਰਾਏ ਸਾਹਿਬ, ਸਾਡੇ ਚੈਨਲ 'ਤੇ ਪੈਨਲ 'ਤੇ ਆਉਣ ਲਈ ਮੇਰੇ ਵੱਲੋਂ, ਮੇਰੇ ਦਰਸ਼ਕਾਂ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਬਹੁਤ ਸਵਾਗਤ ਹੈ। ਜਗਤਾਰ ਜੀ, ਤੁਸੀਂ ਪੁਰਾਣੇ ਮਿੱਤਰ ਹੋ, ਆਪਾਂ ਬੜੀ ਦੇਰ ਤੋਂ ਮਿਲਦੇ ਆਏ ਹਾਂ ਅਤੇ ਅੱਜ ਵੀ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਔਰ ਤੁਹਾਡੇ ਸਰੋਤਾਂ ਦੇ ਨਾਲ ਰੂਬਰੂ ਹੋਣ ਦੇ ਵਿੱਚ ਮੈਨੂੰ ਬੜਾ ਫਖਰ ਮਹਿਸੂਸ ਹੋ ਰਿਹਾ। ਬੋਪਾਰਾਏ ਸਾਹਿਬ, ਜਿੱਦਾਂ ਮੈਂ ਸ਼ੁਰੂ 'ਚ ਕਮੈਂਟਸ ਕੀਤੇ ਹੈ, ਕਿਸਾਨੀ ਅੰਦੋਲਨ ਇਸ ਵੇਲੇ ਜਿਸ ਤਰੀਕੇ ਨਾਲ ਪੰਜਾਬ ਤੋਂ ਸ਼ੁਰੂ ਹੋਇਆ ਸਾਰੇ ਦੇਸ਼ 'ਚ ਚੱਲ ਰਿਹਾ ਹੈ, ਕਿਉਂ ਇਹ ਲੋੜ ਮਹਿਸੂਸ ਹੋਈ ਤੁਹਾਨੂੰ ਕਿ ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਡਟਿਆ ਜਾਏ? ਇਹਦੇ ਵਿੱਚ ਸੱਚੀ ਗੱਲ ਹੈ, ਕਈ ਲਾਰਜਰ ਇਸ਼ੂਜ਼ ਇਨਵੋਲਵਡ ਨੇ ਜਿਨ੍ਹਾਂ ਤੋਂ ਇੰਟੈਲੀਜੈਂਸੀਆ ਜਿਹੜਾ ਹੈ ਉਹ ਫੁਰਸਤ ਨਹੀਂ ਪਾ ਸਕਦਾ। ਜੇ ਉਹਦੀ ਕੋਈ ਕੌਨਸ਼ੀਅੰਸ ਹੈ, ਜੇ ਉਹਦਾ ਕੋਈ ਕੈਰੈਕਟਰ ਹੈ, ਜੇ ਉਹਦਾ ਕੋਈ ਦੇਸ਼ ਨਾਲ ਪ੍ਰੇਮ ਹੈ, ਤਾਂ ਉਹਨੂੰ ਇਹ ਚੀਜ਼ਾਂ ਅੱਖੋਂ ਓਹਲੇ ਨਹੀਂ ਕਰਨੀਆਂ ਚਾਹੀਦੀਆਂ। ਉਹ ਗੱਲਾਂ ਇੱਕ ਇਹ ਨੇ ਕਿ ਕੌਨਸਟੀਟਿਊਸ਼ਨ ਨੂੰ ਚੋਰ ਦਰਵਾਜ਼ੇ ਰਾਹੀਂ ਕਿਉਂ ਅਪਰੋਚ ਕੀਤਾ ਗਿਆ, ਸੰਵਿਧਾਨ ਨੂੰ ਜਿਹੜੀ ਇੱਕ ਸਟੇਟ ਲਿਸਟ ਵਿੱਚ ਆਈਟਮ ਹੈ ਉਹਨੂੰ ਪਾਉਣ ਲੱਗਿਆਂ ਕਿਉਂ ਚੋਰ ਦਰਵਾਜ਼ਾ ਵਰਤਿਆ ਗਿਆ। ਦੂਜੀ ਗੱਲ ਇਹ ਹੈ ਕਿ ਖੇਤੀਬਾੜੀ ਦੇ ਨਾਲ ਸੰਬੰਧਿਤ ਕੋਈ 50% ਵਸੋਂ ਹੈ ਆਪਣੀ। ਇਹਨਾਂ ਤਿੰਨਾਂ ਐਕਟਾਂ ਦੇ ਨਾਲ, ਕਾਨੂੰਨਾਂ ਦੇ ਨਾਲ, ਜਿਨ੍ਹਾਂ ਨੂੰ ਕਾਲੇ ਕਾਨੂੰਨ ਕਿਹਾ ਜਾਂਦਾ ਹੈ, ਇਹਦੇ ਨਾਲ ਕੋਈ 50% ਹਿੰਦੁਸਤਾਨ ਜਿਹੜਾ ਹੈ
ਉਹ ਡਿਸਟਰਬ ਹੋ ਗਿਆ, ਡਿਸਟਰਬਡ ਫੀਲ ਕਰ ਰਿਹਾ। ਜੀ। ਕੋਈ ਘੱਟ ਕਰ ਰਿਹਾ, ਕੋਈ ਵੱਧ ਕਰ ਰਿਹਾ। ਲੇਕਿਨ ਇਹਨਾਂ ਦੀ ਆਵਾਜ਼, ਇਹਨਾਂ ਦੇ ਤੌਰ ਤਰੀਕੇ, ਇਹਨਾਂ ਦੀ ਤਰਕ ਜਿਹੜੀ ਹੈ ਕਿਸਾਨ ਲੀਡਰਾਂ ਦੀ, ਉਹ ਹੁਣ ਕੋਨੇ-ਕੋਨੇ ਵਿੱਚ ਪਹੁੰਚ ਚੁੱਕੀ ਹੈ। ਤੋ ਇਹਦੇ ਵਿੱਚ ਲੇਬਰ ਵੀ ਆ ਜਾਂਦੀ, ਕਿਰਤੀ ਵੀ ਆ ਜਾਂਦੀ ਹੈ, ਟ੍ਰੇਡਿੰਗ ਕਲਾਸ ਵੀ ਆ ਜਾਂਦੀ ਹੈ, ਇੰਟੈਲੈਕਚੁਅਲਸ ਵੀ ਇਹਦੇ ਵਿੱਚ ਆ ਜਾਂਦੇ ਨੇ, ਜਿਨ੍ਹਾਂ ਦੀਆਂ ਜ਼ਮੀਨਾਂ ਨੇ, ਹੋਰ ਨੇ। ਅਤੇ ਇਸ ਕਰਕੇ ਇਹ ਇੱਕ ਇਸ਼ੂ ਬੜਾ ਵੱਡਾ ਹੈ ਕਿ ਅਸੀਂ 50% ਕੰਟਰੀ ਨੂੰ ਡੀਸਟੇਬਲਾਈਜ਼ ਕਰ ਲਈਏ, ਜਦੋਂ ਕਿ ਚਾਰੇ ਪਾਸੇ ਆਪਣੇ ਕੋਈ ਸੁਖਾਵਾਂ ਮਾਹੌਲ ਨਹੀਂ ਹੈ। ਇਹਦੇ ਵਿੱਚ ਹਰ ਇੰਟੈਲੀਜੈਂਸੀਆ ਦੇ ਮੈਂਬਰ ਨੂੰ ਸੋਚਣ ਦੀ ਲੋੜ ਹੈ। ਬੁਪਰਾ ਸਾਹਿਬ, ਬਹੁਤ ਵੱਡੀ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ, ਇਹਦੇ ਨਾਲ ਅਸਥਿਰਤਾ ਦਾ ਮਾਹੌਲ ਬਣ ਰਿਹਾ ਹੈ। ਕੇਂਦਰ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਕਿਸਾਨਾਂ ਦੇ ਹਿੱਤ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਲਈ ਕਰ ਰਹੇ ਹਾਂ, ਪਰ ਜੋ ਇਸ ਵੇਲੇ ਮਾਹੌਲ ਬਣਿਆ ਉਦੋਂ ਤੋਂ ਲੱਗ ਰਿਹਾ ਹੈ ਜਿੱਦਾਂ ਕਿਸਾਨ ਕਹਿ ਰਿਹਾ ਹੈ ਕਿ ਕੇਂਦਰ ਬੇਈਮਾਨ ਹੈ ਇਸ ਮੁੱਦੇ 'ਤੇ। ਬੇਈਮਾਨੀ ਕਿਸ ਚੀਜ਼ ਤੋਂ ਗਿਣੀ ਜਾਂਦੀ ਹੈ? ਇਹ ਜਿਹੜੀ ਬੇਈਮਾਨੀ ਹੈ, ਪੋਲੀਟੀਕਲ ਕਹਿ ਲਓ, ਸਟੇਟਸਮੈਨ ਲਾਈਕ ਜਿਹੜੀ ਹੈ, ਇਹ ਕਿਸ ਚੀਜ਼ ਤੋਂ ਬੇਈਮਾਨੀ ਗਿਣੀ ਜਾਂਦੀ ਹੈ? ਇਹ ਗਿਣੀ ਜਾਂਦੀ ਵੀ ਆਦਮੀ ਕੀ ਕਹਿੰਦਾ ਹੈ ਅਤੇ ਕੀ ਕਰਦਾ ਹੈ। ਜੇ ਇਹਦੇ ਵਿੱਚ ਫਰਕ ਹੋਵੇ ਤਾਂ ਫਿਰ ਬੇਈਮਾਨੀ ਗਿਣੀ ਜਾਂਦੀ ਹੈ। ਹੁਣ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਪਤਾ ਨਹੀਂ ਕੀ ਗੱਲ ਹੈ, ਕਿਉਂ ਉਹ ਅਸੱਤਿਆ, ਸੱਚ ਨਹੀਂ, ਅਸੱਤਿਆ ਤੋਂ ਕਿਉਂ ਕੰਮ ਇੰਨਾ ਲੈਂਦੇ ਨੇ। ਛੋਟੀ ਜਿਹੀ ਗੱਲ 'ਤੇ ਇਮੇਜ ਬਿਲਡਿੰਗ, ਛੋਟੇ ਜਿਹੇ ਪੋਲੀਟੀਕਲ ਐਡਵਾਂਟੇਜ ਵਾਸਤੇ ਉਹ ਅਸੱਤਿਆ ਬੋਲ ਜਾਂਦੇ ਨੇ, ਜਿਹੜਾ ਕਿ ਸੱਚ ਨਹੀਂ ਹੁੰਦਾ। ਇਹਦੇ ਕਰਕੇ ਕ੍ਰੈਡੀਬਿਲਿਟੀ ਸਰਕਾਰ ਦੀ ਪਿਛਲੇ ਕੁਝ ਸਾਲਾਂ ਤੋਂ ਬਹੁਤ ਗਿਰੀ ਹੈ, ਔਰ ਇਹਦੇ ਨਾਲ ਸਾਡਾ ਸਾਰੀ ਨੇਸ਼ਨ ਦਾ ਸਿਰ ਝੁਕਦਾ ਹੈ ਦੁਨੀਆ ਦੇ ਵਿੱਚ ਕਿ ਸਾਡੇ ਲੀਡਰ ਜਿਹੜੇ ਨੇ ਉਹ ਸੱਚ ਨਾ ਬੋਲਣ। ਇਹਦੇ ਨਾਲ ਇਹ ਸਾਬਤ ਹੁੰਦਾ ਕਿ ਲੋਕ ਇੱਥੇ ਜਿਹੜੇ ਨੇ ਹਿੰਦੁਸਤਾਨ ਦੇ, ਉਹ ਢੋਰ ਨੇ, ਉਹ ਮੂਰਖ ਨੇ, ਉਹ ਇਹਨਾਂ ਦੇ ਅਸੱਤਿਆ ਨੂੰ ਸਮਝ ਨਹੀਂ ਰਹੇ। ਇਹ ਇੰਪ੍ਰੈਸ਼ਨ ਜਾਣਾ ਸਾਡੇ ਵਾਸਤੇ, ਹਰ ਇੰਡੀਅਨ ਵਾਸਤੇ, ਹਰ ਸਿਟੀਜ਼ਨ ਵਾਸਤੇ ਮਾੜੀ ਗੱਲ ਹੈ। ਸਾਡਾ ਨੈਸ਼ਨਲ ਕੈਰੈਕਟਰ ਜਿਹੜਾ ਹੈ ਉਹ ਥੱਲੇ ਪੱਧਰ 'ਤੇ ਆਉਂਦਾ ਹੈ। ਫਿਰ ਸਰ, ਤੁਸੀਂ ਕਹਿ ਰਹੇ ਹੋ ਕਿ ਨੈਸ਼ਨਲ ਕਰੈਕਟਰ ਜਿਹੜਾ ਹੈਗਾ ਕੇਂਦਰ ਦੀ ਇਸ ਮੂਵ ਦੇ ਨਾਲ ਹੇਠਾਂ ਗਿਆ, ਪਰ ਕੇਂਦਰ ਲਗਾਤਾਰ ਇਹ ਕਹਿ ਰਿਹਾ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਹੈ, ਕਦੇ ਉਹ ਕਹਿੰਦੇ ਜੀ ਇਹਨੂੰ ਖਾਲਿਸਤਾਨੀਆਂ ਦੀ ਹਮਾਇਤ ਹੈ, ਕਦੇ ਕਹਿੰਦੇ ਨਕਸਲੀਆਂ ਦੀ ਹਮਾਇਤ ਹੈ, ਕਦੇ ਕਹਿੰਦੇ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦੇ ਗੁੰਮਰਾਹ ਹੋਏ ਕਿਸਾਨ ਨੇ। ਇਹ ਫਿਰ ਉਹ ਸੱਤ ਅਤੇ ਅਸੱਤਿ ਵਾਲੀ ਗੱਲ ਆ ਗਈ ਨਾ ਜੀ। ਇੱਕ ਛੋਟੇ ਜਿਹੇ ਐਡਵਾਂਟੇਜ ਵਾਸਤੇ ਝੂਠ ਬੋਲ ਲਿਆ, ਇੱਕ ਕੌਨਸਪੀਰੇਸੀ ਵੀ ਹੋਈ ਹੈ, ਉਹਦੇ ਵਿੱਚ ਸਰਕਾਰ ਕਿੱਥੋਂ ਤਾਈਂ ਸ਼ਾਮਲ ਹੈ, ਹਰ ਕੋਈ ਸੋਚ ਰਿਹਾ ਇਹਨਾਂ ਗੱਲਾਂ ਬਾਰੇ। ਕਿਉਂ 15 ਕਿਲੋਮੀਟਰ ਰਸਤਾ ਜਿਹੜਾ ਹੈ ਲਾਲ ਕਿਲ੍ਹੇ ਤਾਈਂ ਐਨ ਖੁੱਲ੍ਹਾ ਰੱਖਿਆ ਗਿਆ ਵੀ ਆਓ ਜਿਹੜਾ ਮਰਜ਼ੀ ਰਾਜੀ, ਜਦੋਂ ਕਿ ਉਹਨਾਂ ਨੇ ਪਹਿਲਾਂ ਕਿਹਾ ਸੀ, ਉਹ ਜਿਹੜੇ ਥੋੜ੍ਹੇ ਜਿਹੇ ਮਸਤੇ ਹੋਏ ਸੀ ਬੰਦੇ, ਉਹਨਾਂ ਨੇ ਕਿਹਾ ਸੀ ਕਿ ਅਸੀਂ ਝੰਡਾ ਚੜ੍ਹਾਉਣਾ। ਤਾਂ ਉਹ ਤਾਂ ਸ਼ੁਕਰ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਕਿ ਉਹਦੇ ਨਾਲ ਸਾਰੀ ਗੱਲ ਕੌਨਸਪੀਰੇਸੀ ਜਿਹੜੀ ਹੈ 24 ਘੰਟੇ ਵਿੱਚ ਬਾਹਰ ਆ ਗਈ। ਅਤੇ ਇਹ ਜਿਹੜਾ ਝੂਠ ਬੋਲ ਕੇ ਸਰਕਾਰ ਸਮਝਦੀ ਹੈ, ਸਰਕਾਰ ਦੇ ਗੋਦੀ ਮੀਡੀਆ ਵੀ ਸਮਝਦਾ ਹੈ ਕਿ ਅਸੀਂ ਬਹੁਤ ਫਾਇਦਾ ਕਰ ਰਹੇ ਹਾਂ, ਅਸੀਂ ਜਿੱਤ ਰਹੇ ਹਾਂ, ਲੇਕਿਨ ਵਿੱਚੋਂ ਖੋਖਲਾਪਣ ਦਿਖਾਈ ਦੇ ਰਿਹਾ ਸਾਰੀ ਦੁਨੀਆ ਨੂੰ। ਸਰ, ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦਾ ਅੰਦਰੋਂ ਇਸ ਮੂਵ ਦੇ ਵਿੱਚ ਖੋਖਲਾਪਣ ਦਿਖਾਈ ਦੇ ਰਿਹਾ ਹੈ। ਸਰਕਾਰ ਇਹ ਕਹਿ ਰਹੀ ਹੈ ਕਿ ਕੇਂਦਰ ਜਿਹੜਾ ਜਦੋਂ ਸੋਧਾਂ ਕਰਨ ਦੇ ਲਈ ਤਿਆਰ ਹੈ, ਤਾਂ ਕਿਉਂ ਕਿਸਾਨ ਇਸ ਗੱਲ 'ਤੇ ਬਜ਼ਿੱਦ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹੈ? ਤੁਹਾਨੂੰ ਲੱਗਦਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਏ ਬਗੈਰ ਕੋਈ ਹੋਰ ਚਾਰਾ ਨਹੀਂ ਹੈ? ਦੇਖੋ, ਕਿਸਾਨਾਂ ਦੀ ਗੱਲ ਛੱਡ ਦਿਓ, ਜਿਹੜੇ ਪੋਲੀਟੀਕਲ ਲੈਵਲਸ ਨੇ ਉਹ ਵੀ ਕਹਿੰਦੇ ਕਿ ਸਾਨੂੰ ਪੂਰੀ ਤਰ੍ਹਾਂ ਕੰਸਲਟੇਸ਼ਨ ਨਹੀਂ ਹੋਈ, ਇਹਨੂੰ ਜਲਦੀ ਦੇ ਵਿੱਚ ਕੀਤਾ ਗਿਆ। ਰਾਜ ਸਭਾ ਦੇ ਵਿੱਚ ਵੋਟਿੰਗ ਠੀਕ ਤਰ੍ਹਾਂ ਨਹੀਂ ਹੋਈ ਜਿਵੇਂ ਉਹ ਚਾਹੁੰਦੀ ਸੀ, ਆਪੋਜੀਸ਼ਨ ਚਾਹੁੰਦੀ ਸੀ, ਔਰ ਇਹਨੂੰ ਜਲਦੀ ਕੀਤਾ ਗਿਆ। ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ। ਪਾਰਲੀਮੈਂਟ ਦੇ ਵਿੱਚ ਕੋਈ ਵੀ ਲੈਜਿਸਲੇਸ਼ਨ ਪਾਸ ਹੋਣ 'ਤੇ ਪਹਿਲਾਂ ਜਿਹੜਾ ਵੀ ਆਪਾਂ ਦੇਖੀਏ ਤਾਂ ਕਾਫੀ ਟਾਈਮ ਲੱਗਦਾ ਸੀ ਇਹਨਾਂ ਨੂੰ, ਕਈ ਚੀਜ਼ਾਂ ਨੂੰ ਜਿਹੜੀਆਂ 50% ਮੁਲਕ ਨੂੰ ਅਸਥਿਰ ਕਰ ਦੇਣ,
ਕੀ ਉਹਦੇ 'ਤੇ ਕੰਸਲਟੇਟਿਵ ਕਮੇਟੀ ਹੋਰ ਕਮੇਟੀਆਂ ਕਾਇਮ ਕਰਕੇ ਵਿਚਾਰ ਕੇ ਇਹ ਜ਼ਰੂਰੀ ਨਹੀਂ ਜਾਪਦਾ? ਹੁਣ ਤਾਂ ਜਾਪਦਾ ਕਿ ਨਹੀਂ ਜ਼ਰੂਰੀ ਸੀਗਾ, ਹੁਣ ਤਾਂ ਸ਼ਾਇਦ ਸਰਕਾਰ ਵੀ ਸਮਝਦੀ ਹੋ ਕਿ ਜ਼ਰੂਰੀ ਹੈ। ਅਤੇ ਫਿਰ ਜੇ ਕੋਈ ਰਸਤਾ ਫੜ ਲਿਆ ਹੈ ਅਤੇ ਜੇ ਹੁਣ ਉੱਥੇ ਸੂਲਾਂ ਜ਼ਿਆਦਾ ਨੇ ਅਤੇ ਹੋਰ ਆ ਬਜਾਏ ਤੁਸੀਂ ਬਾਕੀਆਂ ਦੇ ਰਸਤੇ 'ਚ ਸੂਲਾਂ ਵਿਛਾਓ, ਉਹਦਾ ਕੋਈ ਫਰਕ ਨਹੀਂ ਪੈਣਾ। ਜਿਹੜੀਆਂ ਤੁਹਾਡੇ ਰਸਤੇ 'ਚ ਤੁਸੀਂ ਆਪ ਸੂਲਾਂ ਉਗਾਈਆਂ ਨੇ, ਤੁਸੀਂ ਉਹਨਾਂ ਦਾ ਧਿਆਨ ਕਰਕੇ ਆਪਣਾ ਰਸਤਾ ਥੋੜ੍ਹਾ ਜਿਹਾ ਬਦਲਣ ਦੀ ਕੋਸ਼ਿਸ਼ ਕਰੋ। ਇਹੋ ਇੱਕ ਸੁਨੇਹਾ ਹਰ ਇੰਟੈਲੀਜੈਂਸੀਆ ਨੂੰ ਸਰਕਾਰ ਨੂੰ ਦੇਣਾ ਚਾਹੀਦਾ ਹੈ। ਸਰ, ਕੇਂਦਰ ਲਗਾਤਾਰ ਇਹ ਕਹਿ ਰਿਹਾ ਹੈ ਕਿ ਜੇ ਪੰਜਾਬ ਦਾ ਅੰਦੋਲਨ ਹੈ, ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਨੂੰ ਬਾਕੀ ਮੁਲਕ ਨਾਲੋਂ ਨਿਖੇੜਿਆ ਜਾਵੇ ਤਾਂ ਕਿਸਾਨੀ ਅੰਦੋਲਨ ਦਬਾਇਆ ਜਾ ਸਕਦਾ ਹੈ। ਜੇ ਕਿਸੇ ਨੇ ਪੰਜਾਬ ਨੂੰ ਨਿਖੇੜਨ ਦੀ ਕੋਸ਼ਿਸ਼ ਕੀਤੀ, ਕੀ ਕੀਮਤ ਅਦਾ ਕੀਤੀ, ਕਦੇ ਕੋਈ ਸੋਚਿਆ ਕਿਸੇ ਨੇ? ਕਦੇ ਇਹਨਾਂ ਨੇ ਸੋਚਿਆ ਮੁਲਕ ਨੂੰ ਕੀ ਸਜ਼ਾ ਦੇਣੀ ਪਈ? ਜੇ ਪੰਜਾਬ ਨੂੰ ਲਤਾੜਨਾ ਚਾਹੁੰਦੇ ਹੈ, ਉਹਦੀ ਕੀਮਤ ਅਦਾ ਕਰਨੀ ਪੈਂਦੀ ਆ, ਔਰ ਅਦਾ ਹੋਈ ਹੈ। ਇਹ ਆਪਾਂ ਭੁੱਲ ਗਏ। ਜੇ ਕੋਈ ਇਹ ਫਾਰਮਰਸ ਖੁਸ਼ੀ ਨਾਲ ਨਹੀਂ ਆਏ, ਇਹ ਹੁਣ ਫਾਰਮਰਸ ਦੀ ਲਾਈਫ ਔਰ ਡੈਥ ਸਟਰਗਲ ਹੈ, ਤਾਂ ਉਹ ਬਾਹਰ ਆਏ ਨੇ, ਤਾਂ ਉਹ ਨੰਗੇ ਚਿੱਟੇ ਹੋਏ ਨੇ। ਸੋ ਇਹਦੇ ਵਿੱਚ ਸੋਚਣ ਵਿਚਾਰਨ ਦੀ ਲੋੜ ਹੈ, ਇਹ ਧਿਆਨ ਕਰਨ ਦੀ ਲੋੜ ਹੈ ਕਿ ਇਹ ਬੰਦੇ ਤਾਂ ਵੈਸੇ ਵੀ ਮਰ ਰਹੇ ਨੇ, ਅਤੇ ਜੇ ਇਹ ਕਾਨੂੰਨ ਕਾਇਮ ਹੋ ਗਏ ਫਿਰ ਤਾਂ ਬਿਲਕੁਲ ਖਤਮ ਨੇ। ਔਰ ਅਸੀਂ ਐਜ਼ ਬਾਹਰ ਬੈਠੇ ਬੰਦੇ ਅਸੀਂ ਸੋਚਦੇ ਹਾਂ ਕਿ ਇਦੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਕਿ ਪੰਜਾਬ ਜਿਹੜਾ ਇਸ ਵੇਲੇ ਵੀ ਬਿਲਕੁਲ ਬੜੀ ਮੁਸ਼ਕਿਲ ਨਾਲ ਉਹਦਾ ਗੁਜ਼ਾਰਾ ਹੋ ਰਿਹਾ। 10-12 ਏਕੜ ਵਾਲੇ ਜਿਹੜੇ ਨੇ, ਕੋਈ ਉਹ ਸੌਖੇ ਨਹੀਂ ਹੈਗੇ ਜੀ। ਉਹਨਾਂ ਨੂੰ ਕੀਮਤ ਉਨੀ ਨਹੀਂ ਮਿਲ ਰਹੀ ਜਿੰਨੀ ਮਿਲਣੀ ਚਾਹੀਦੀ ਆ। ਅਤੇ ਬਾਕੀ ਹਿੰਦੁਸਤਾਨ ਜਿਹੜਾ ਉਦੋਂ ਵੀ ਅੱਧੀ ਕੀਮਤ 'ਤੇ ਅੱਜ ਤਾਈਂ ਵਿਚਾਰਾ ਬਰਦਾਸ਼ਤ ਕਰ ਰਿਹਾ। ਉਹਨਾਂ ਦੀਆਂ ਸਰਕਾਰਾਂ, ਉਹਨਾਂ ਦੇ ਐਡਮਿਨਿਸਟ੍ਰੇਸ਼ਨ, ਉਹਨਾਂ ਦੇ ਬਿਊਰੋਕਰੈਟ ਏਡੇ ਵੱਡੇ ਅਹੁਦਿਆਂ ਤੋਂ ਰਿਟਾਇਰ ਹੋ ਗਏ, ਹੋਰ ਹੋ ਗਏ। ਉਹਨਾਂ ਨੇ ਕਦੇ ਨਹੀਂ ਸੋਚਿਆ ਵੀ ਸਾਡੀ ਜਿਹੜੀ ਜਨਤਾ ਸੀ, ਕਿਉਂ ਨਹੀਂ ਪੰਜਾਬ ਵਾਂਗੂ ਇਹਨਾਂ ਨੂੰ ਪੂਰੀ ਇਹਨਾਂ ਦੀ ਜਿਹੜਾ ਹੈ ਇਵਜ਼ ਜਿਹੜਾ ਇਹਨਾਂ ਦਾ ਇਵਜ਼ਾਨਾ ਹੈ, ਜਿਹੜੀ ਇਹਨਾਂ ਦੀ ਕੀਮਤ ਅਸੀਂ ਕਿਉਂ ਨਾ ਦਵਾ ਸਕਦੇ ਜੀ। ਸਰ, ਜੇ ਲੰਬੀ ਲੜਾਈ ਲੜਨੀ ਪੈਂਦੀ ਹੈ, ਜਿਹੜਾ ਇਸ ਵੇਲੇ ਕੇਂਦਰ ਦਾ ਨਜ਼ਰੀਆ ਸਾਹਮਣੇ ਆ ਰਿਹਾ ਹੈ, ਲੰਬੀ ਲੜਾਈ ਕਿਸਾਨ ਲੜ ਸਕਦੇ ਆ? ਆਪਾਂ ਫਿਰ ਕਿਸਾਨ 'ਤੇ ਆ ਗਏ। ਮੈਂ ਤਾਂ ਕਹਿੰਦਾ ਇਹ ਬੰਦੇ ਉਹ ਨੇ ਜਿਨ੍ਹਾਂ ਨੂੰ ਇਹ ਹੈ ਵੀ ਸਾਡੀ ਤਾਂ ਲਾਈਫ 'ਤੇ, ਸਾਡੀ ਹੋਂਦ 'ਤੇ ਹਮਲਾ ਹੋਇਆ ਹੈ। ਵਰਕਰ ਵੀ ਇਹਨਾਂ ਦੇ ਨਾਲ ਸ਼ਾਮਲ ਹੋ ਗਏ। ਲੇਬਰ ਲਾਜ਼ ਨੂੰ ਪਾਸ ਹੋਇਆ ਨੂੰ 2 ਸਾਲ ਹੋ ਗਏ, ਉਹ ਵਿਚਾਰੇ ਕੁਛ ਨਹੀਂ ਕਰ ਸਕੇ ਹੁਣ ਤਾਈਂ। ਹੁਣ ਉਹਨਾਂ ਦਾ ਬੀੜਾ ਇਹ ਵੀ ਚੁੱਕਣ ਨੂੰ ਤਿਆਰ ਨੇ, ਨਾਲ ਰਲਦੇ ਨੇ। ਅਤੇ ਇੰਨਾ ਕੁਛ ਡੀਸਟੇਬਲਾਈਜ਼ ਕਰਕੇ ਕੀ ਸਰਕਾਰ ਖੱਟ ਰਹੀ ਹੈ? ਸਿਰਫ ਕੈਪੀਟਲਿਸਟ, ਕਿ ਸਿਰਫ ਕੈਪੀਟਲਿਸਟ ਵਾਸਤੇ ਜੀ, ਸਿਰਫ ਕੈਪੀਟਲਿਜ਼ਮ ਵਾਸਤੇ। ਇਹ ਇੱਕ ਰਾਈਟ ਰੈਵੋਲੂਸ਼ਨ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ, ਮੈਨੂੰ ਖਦਸ਼ਾ ਹੈ ਕਿ ਕਿਤੇ ਮੁਲਕ ਨੂੰ ਲੈਫਟ ਰੈਵੋਲੂਸ਼ਨ ਵਿੱਚ ਨਾ ਝੋਂਕ ਦੇਵੇ। ਹੁਣ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ 'ਤੇ ਆ ਰਹੇ ਹਾਂ ਵਾਪਸ। ਸਾਡੇ ਨਾਲ ਹਨ ਸਾਹਿਬ ਬੋਪਾ ਰਾਏ, ਜਿਹੜੇ ਕਿ ਕਿਸਾਨੀ ਅਤੇ ਪੰਜਾਬ ਦੇ ਮੁੱਦਿਆਂ 'ਤੇ ਸਾਡੇ ਨਾਲ ਕਰ ਰਹੇ ਚਰਚਾ। ਗੱਲ ਜਾਰੀ ਰੱਖਾਂਗੇ ਨਿੱਕੀ ਜਿਹੀ ਬ੍ਰੇਕ ਦੇ ਬਾਅਦ। ਆਮਣੋ ਸਾਹਮਣੇ ਪ੍ਰੋਗਰਾਮ 'ਚ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਬੋਪਾ ਰਾਏ ਜੀ, ਬ੍ਰੇਕ ਤੋਂ ਪਹਿਲਾਂ ਜਦੋਂ ਤੁਸੀਂ ਗੱਲ ਕਰ ਰਹੇ ਸੀ ਦਿੱਲੀ ਦੇ ਵਤੀਰੇ ਦੇ ਬਾਰੇ, ਪੰਜਾਬ ਨਾਲ ਹਮੇਸ਼ਾ ਹੀ ਦਿੱਲੀ ਨੇ ਧੱਕਾ ਕੀਤਾ, ਚਾਹੇ ਆਪਾਂ ਰਾਜਧਾਨੀ ਦੀ ਗੱਲ ਕਰ ਲਈਏ, ਪਾਣੀਆਂ ਦੀ ਗੱਲ ਕਰ ਲਈਏ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰ ਲਈਏ। ਦਿੱਲੀ ਆਖਰ ਪੰਜਾਬ ਨਾਲ ਇਸ ਤਰ੍ਹਾਂ ਦੇ ਨਜ਼ਰੀਏ ਤੋਂ ਕਿਉਂ ਵੇਖਦੀ ਹੈ? ਇਹਦੀ ਸਮਝ ਨਹੀਂ ਆਉਂਦੀ, ਇਸ ਗੱਲ ਦੀ ਬਿਲਕੁਲ ਸਮਝ ਨਹੀਂ ਆਉਂਦੀ ਕਿ ਜਿਹੜੀ ਕਮਿਊਨਿਟੀ ਨੇ, ਜਿਹੜੇ ਗੁਰੂਆਂ ਦੀ ਟੀਚਿੰਗ ਨੇ ਮੁਲਕ ਨੂੰ ਕੁਰਬਾਨੀ ਸਭ ਨਾਲੋਂ ਜ਼ਿਆਦਾ ਦਿੱਤੀ। ਅੱਜ ਤੋਂ ਨਹੀਂ, ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਤੋਂ ਲੈ ਕੇ ਮੁਲਕ ਵਾਸਤੇ, ਹਿੰਦੂ ਧਰਮ ਵਾਸਤੇ ਇੰਨੀ ਕੁਰਬਾਨੀ ਕੀਤੀ ਹੈ। ਉਸ ਕਮਿਊਨਿਟੀ ਨੂੰ ਕਿਉਂ ਆਜ਼ਾਦ ਹੁੰਦਿਆਂ ਹੀ ਉਹਦੇ 'ਤੇ ਸ਼ੱਕ ਹੋਣੇ ਸ਼ੁਰੂ ਹੋ ਗਏ? ਸਾਡੀਆਂ 2 ਕਮਿਊਨਿਟੀਜ਼ ਦਾ ਵਿਖਾੜ ਪਾਉਣ ਵਾਸਤੇ, ਵਖਰੇਵਾਂ ਕਾਇਮ ਕਰਨ ਵਾਸਤੇ ਪੂਰੀਆਂ ਕੋਸ਼ਿਸ਼ਾਂ ਸਰਕਾਰੀ ਲੈਵਲ 'ਤੇ, ਸੈਂਟਰਲ ਲੈਵਲ 'ਤੇ ਉਹਨਾਂ ਦੀਆਂ ਹੋਈਆਂ ਨੇ।
16 ਲੈਂਗੁਏਜਸ ਗਿਣੀਆਂ ਗਈਆਂ ਕਨਸਟੀਟਿਊਸ਼ਨ ਦੇ ਵਿੱਚ, ਔਰ ਸਟੇਟਸ ਰੀਆਰਗੇਨਾਈਜੇਸ਼ਨ ਕਮਿਸ਼ਨ ਬਣਿਆ ਕਿ ਇਹਨਾਂ ਲੈਂਗੁਏਜਸ ਦੇ ਮੁਤਾਬਕ ਸੂਬੇ ਬਣਾਏ ਜਾਣ। ਕਿਉਂ ਪੰਜਾਬੀ ਨੂੰ ਇੰਨਾ ਦੁਤਕਾਰਿਆ ਗਿਆ? ਜਿਹੜੀ ਦਿੱਲੀ ਤਾਈਂ ਪੰਜਾਬੀ ਗਿਣੀ ਜਾਂਦੀ ਸੀ, ਪੰਜਾਬੀ ਦੀਆਂ ਕਈ ਡਾਇਲੈਕਟਸ ਨੇ। ਪੰਜਾਬੀ ਲੈਂਗੁਏਜ ਹਿੰਦੀ ਲੈਂਗੁਏਜ ਨਾਲੋਂ 700 ਸਾਲ ਜ਼ਿਆਦਾ ਪੁਰਾਣੀ ਹੈ। ਤੇ ਜੇ ਕੋਈ ਇਹ ਬੋਲਦਾ ਹੈ, ਪਾਕਿਸਤਾਨ ਵਾਲੇ ਬੋਲਦੇ ਆ, ਸਿੰਧ ਵਾਲੇ ਵੀ ਬੋਲਦੇ, ਹੋਰ ਵੀ ਬੋਲਦੇ ਨੇ, ਔਰ ਸਾਡੀ ਬੋਲੀ ਦੂਰ ਦੂਰ ਤਾਈਂ ਹੈ। ਕਸ਼ਮੀਰੀ ਬੋਲਦੇ ਆ, ਔਰ ਕਸ਼ਮੀਰੀ ਬੋਲਦੇ। 2000 ਸਾਲ ਪੁਰਾਣੀ ਸਾਡੀ ਲੈਂਗੁਏਜ ਹੈ। 2000 ਸਾਲ ਦੇ ਕਰੀਬ ਇਹਦੀ ਲੈਂਗੁਏਜ, ਮੈਨੂੰ ਹੁਣ ਇਹਦਾ ਐਗਜ਼ੈਕਟਲੀ ਨਹੀਂ ਯਾਦ ਰਿਹਾ, ਲੇਕਿਨ ਇਸ ਡੈਫੀਨੇਟਲੀ 700 ਸਾਲ ਪੁਰਾਣੀ ਹਿੰਦੀ ਤੋਂ ਹੈ। ਤਾਂ ਕਿਉਂ ਇਹਦੇ ਨਾਲ ਇੰਨਾ ਲਟਕਾਇਆ ਗਿਆ? ਸਟੇਟ ਦਾ ਦੇਣਾ, ਇੰਨੀ ਜਦੋਜਹਿਦ ਕਰਨੀ ਪਈ। ਲੈਂਗੁਏਜ ਜਿਹੜੀ ਸੀ ਇੱਕ ਨਵੀਂ ਕੀ ਕਹਿੰਦੇ ਆ ਕਰ ਲਈ ਗਈ ਮਰਦਮਸ਼ੁਮਾਰੀ, ਉਸ ਮਰਦਮਸ਼ੁਮਾਰੀ ਨੂੰ ਲੈ ਕੇ ਘੱਟ ਤੋਂ ਘੱਟ ਇਲਾਕੇ ਦੇਣ ਨੂੰ। ਉਹ ਵੀ ਜੇ ਤੁਸੀਂ ਸਿਆਣੇ ਸੀ, ਤੁਹਾਨੂੰ ਚਾਹੀਦਾ ਸੀ ਇਹਨੂੰ ਪੁਰਾਣੇ ਪੰਜਾਬ ਨੂੰ ਹੀ ਪੰਜਾਬੀ ਸੂਬਾ ਡਿਕਲੇਅਰ ਕਰ ਦਿੰਦੇ, ਔਰ ਇੱਥੇ ਨਾ ਸਿੱਖਾਂ ਦੀ ਮੈਜੋਰਿਟੀ ਹੋਣੀ ਸੀ ਜੇ ਸਿਆਣਪ ਤੋਂ ਕੰਮ ਲੈਂਦੇ, ਔਰ ਇਹਨਾਂ ਨੂੰ ਸਾਰਾ ਮਿਲਵਰਤਨ ਬਣਿਆ ਰਹਿਣਾ ਸੀ, ਆਪਸ 'ਚ ਭਾਈਚਾਰਾ ਬਣਿਆ ਰਹਿਣਾ ਸੀ। ਇਹਨਾਂ ਚੀਜ਼ਾਂ ਨੇ ਵਖਰੇਵੇਂ, ਇਹ ਸੈਂਟਰਲ ਲੀਡਰਸ਼ਿਪ ਉਹਨਾਂ ਦੀਆਂ ਬੇਵਕੂਫੀਆਂ ਨੇ ਜਿਹੜੇ ਨਾਲ ਇਹ ਗੱਲਾਂ ਹੋਈਆਂ ਕਿ ਉਹਨਾਂ ਨੇ ਰਿਐਲਿਟੀ ਨੂੰ ਨਹੀਂ ਪਛਾਣਿਆ, ਔਰ ਇੱਕ ਕਮਿਊਨਿਟੀ, ਚੰਗੀ ਭਲੀ ਕਮਿਊਨਿਟੀ ਨੂੰ, ਜਿਹਨੇ ਹੁਣ ਲੈ ਲਓ ਤੁਸੀਂ ਫੌਜ ਲਾ ਲਓ, 90% ਜਿਹੜਾ ਗਨ ਫੋਡਰ ਹੈ ਵਿਚਾਰਾ, ਜਿਹੜੇ ਸੋਲਜਰ ਨੇ, ਸੋਲਜਰੀ ਸਾਰੀ ਦੀ ਸਾਰੀ ਤਕਰੀਬਨ 90% ਸਮਝੋ ਫਾਰਮਿੰਗ ਕਮਿਊਨਿਟੀ ਤੋਂ ਆਉਂਦੀ ਹੈ। ਅੰਨ ਉਹਨਾਂ ਦਾ ਉਪਜਾਇਆ ਹੋਇਆ ਹੈ। ਇਹ ਕਹਿੰਦੇ ਅੰਨ ਬੜਾ ਪੈਦਾ ਹੋ ਗਿਆ। ਵੀ ਤੁਸੀਂ 6 ਸਾਲਾਂ ਤੋਂ ਜਿਹੜੀ ਹੁਣ ਸਟੱਡੀ ਹੋਈ ਹੈ ਉਹਦੇ ਮੁਤਾਬਕ ਹਿੰਦੁਸਤਾਨ ਦੇ ਵਿੱਚ ਮੈਲ ਨਿਊਟ੍ਰੀਸ਼ਨ ਵੱਧ ਗਈ ਹੈ, ਔਰ ਜਿਹੜੀ ਸਟੰਟਿੰਗ ਹੈ ਹਿਊਮਨ ਗਰੋਥ ਉਹ ਵੱਧ ਗਈ ਹੈ। ਸਟੰਟਿੰਗ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਬੰਦਾ ਛੋਟੇ ਕੱਦ ਦਾ ਪੈਦਾ ਹੁੰਦਾ, ਛੋਟੇ ਵੇਟ ਦਾ ਪੈਦਾ ਹੁੰਦਾ, ਉਹਦਾ ਦਿਮਾਗ ਵੀ ਛੋਟਾ ਹੁੰਦਾ ਹੈ। ਇਹ ਸਾਇੰਟੀਫਿਕ ਚੀਜ਼ਾਂ ਨੇ। ਮੈਂ ਹੈਲਥ ਸੈਕਟਰੀ ਰਿਹਾ 2 ਸਾਲ। ਇਹ ਚੀਜ਼ਾਂ ਮੈਂ ਲੋਕਾਂ ਨਾਲ ਉਦੋਂ ਵੰਡਦਾ ਰਿਹਾ, ਆਪਸ 'ਚ ਗੱਲਬਾਤ ਕਰਦੇ ਤਾਂ ਕਿ ਉਹਨਾਂ ਨੂੰ ਖੁਰਾਕ ਖਿਲਾਈਏ, ਉਹਨਾਂ ਨੂੰ ਖੁਰਾਕ ਦੱਸੀਏ ਕੀ ਖਾਣੀ ਚਾਹੀਦੀ ਹੈ। ਅਤੇ ਇਹ ਕਹਿੰਦੇ ਸਾਡੇ ਕੋਲ ਜ਼ਿਆਦਾ ਹੈ। ਫਿਰ ਕਿਵੇਂ ਹੋ ਗਈ ਮੈਲ ਨਿਊਟ੍ਰੀਸ਼ਨ, ਕਿਵੇਂ ਹੋ ਗਈ ਸਟੰਟਿੰਗ? ਜੀ, ਇਹਨਾਂ ਦੀ ਜ਼ਿੰਮੇਵਾਰੀ ਨਹੀਂ ਕਿ ਇਹ ਧਿਆਨ ਕਰਨ। ਬਿਲਕੁਲ ਸਰ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਖੁਰਾਕ ਦੇ ਬਾਰੇ 'ਚ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ। ਛੋਟੇ 2 ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ, ਕਿਉਂਕਿ ਤੁਸੀਂ ਪੰਜਾਬ ਦੀ ਲੰਬਾ ਸਮਾਂ ਸੇਵਾ ਕੀਤੀ ਹੈ। ਪਾਣੀਆਂ ਦਾ ਮੁੱਦਾ, ਉਹਦੇ 'ਤੇ ਬਹੁਤ ਵੱਡੀ ਬੇਈਮਾਨੀ ਅਜੇ ਤੱਕ ਵੀ ਰਿੜਕਿਆ ਜਾ ਰਿਹਾ ਹੈ। ਰਾਜਧਾਨੀ, ਜਿੱਦਾਂ ਤੁਸੀਂ ਕਹਿ ਰਹੇ ਹੈ ਕਿ ਜਦੋਂ ਦੀ ਦੁਨੀਆ ਸਿਰਜੀ ਹੋਏਗੀ ਬਹੁਤ ਲੰਬੇ ਸਮੇਂ ਤੋਂ ਪੰਜਾਬ ਦਾ ਨਾਂ ਜਿਹੜਾ ਹੈਗਾ, ਪਰ ਇਹਦੇ ਬਾਵਜੂਦ ਅੱਜ ਵੀ ਪੰਜਾਬ ਕੋਲੇ ਨਾ ਰਾਜਧਾਨੀ ਹੈ, ਨਾ ਲੋੜੀਂਦਾ ਪਾਣੀ ਹੈ। ਦੇਖੋ, ਇਹ ਪੰਜਾਬੀਆਂ ਨੂੰ ਹੀ ਹਿੰਦੂ ਸਿੱਖ, ਫਿਰ ਹਰਿਆਣਵੀ ਅਤੇ ਹਿਮਾਚਲੀ ਇਹੋ ਹੀ ਪੁਆੜੇ ਪਾਏ ਆ, ਔਰ ਇਹ ਸਭ ਸੈਂਟਰਲ ਗਵਰਨਮੈਂਟ ਦੀ ਮਿਹਰਬਾਨੀ ਹੈ, ਸੈਂਟਰਲ ਪਾਰਟੀਜ਼ ਦੀ ਮਿਹਰਬਾਨੀ ਹੈ। ਉਹਨਾਂ ਦੇ ਨਾਲ ਇਹ ਤਾਂ ਉੱਦਾਂ ਹੀ ਹੈ ਜਿਵੇਂ ਆਪਾਂ ਬਾਂਦਰ ਅਤੇ ਦੋ ਬਾਂਦਰਾਂ ਦੀ ਅਤੇ ਬਿੱਲੀ ਦੀ ਗੱਲ ਸੁਣੀ ਹੋਈ ਤੁਸੀਂ, ਕਿ ਆਪਸ 'ਚ ਲੜ ਪਏ ਬਾਂਦਰ। ਉਹ ਕਹਿੰਦੇ ਮੈਂ ਕਰ ਦੇਣੀ ਵੰਡ। ਉਹ ਕਦੇ ਇੱਧਰੋਂ ਬੁਰਕੀ ਵੱਡੀ ਲਾ ਲੇ, ਕਦੇ ਇੱਧਰੋਂ ਛੋਟੀ ਲਾ ਲੇ, ਸਾਰੀ ਰੋਟੀ ਆਪ ਖਾ ਗਏ। ਜਨਾਬ, ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਵਿਦਿਨ ਦੀ ਫਸਟ ਫਿਊ ਈਅਰਸ, ਉਦੋਂ 15 ਲੱਖ ਮਿਲੀਅਨ ਏਕੜ ਫੀਟ ਮੇਰਾ ਖਿਆਲ ਸ਼ਾਇਦ ਇਦੋਂ ਵੀ ਘੱਟ ਸਮਝਿਆ ਜਾਂਦਾ ਸੀ ਪੰਜਾਬ ਦਾ ਪਾਣੀ। ਉਹਦੇ 'ਚੋਂ 8 ਮਿਲੀਅਨ ਏਕੜ ਫੀਟ ਤਾਂ ਅੱਜ ਬਗੈਰ ਰੁਕਾਵਟ ਦੇ ਰਾਜਸਥਾਨ ਨੂੰ ਜਾ ਰਿਹਾ। ਉਦੋਂ ਜਦੋਂ ਇਹ ਆਰਡਰ ਹੋਇਆ ਹੈ ਕਿ ਉਹਨਾਂ ਨੂੰ 8 ਮਿਲੀਅਨ ਏਕੜ ਫੀਟ ਦੇਣਾ ਹੈ, ਉਸ ਆਰਡਰ 'ਚ ਇਹ ਵੀ ਲਿਖਿਆ ਗਿਆ ਕਿ ਇਹਦੀ ਰਾਇਲਟੀ ਦਾ ਫੈਸਲਾ ਬਾਅਦ ਦੇ ਵਿੱਚ ਕੀਤਾ ਜਾਏਗਾ। ਕੋਈ ਰਾਇਲਟੀ ਨਹੀਂ ਦਿੱਤੀ ਗਈ ਪੰਜਾਬ ਨੂੰ। ਬੀਕਾਨੇਰ ਕਨਾਲ ਦੇ ਬਾਰੇ ਅਜੇ ਤਾਈਂ ਕੋਈ ਵਖਰੇਵਾਂ ਨਹੀਂ ਹੈ, ਕਿਉਂਕਿ ਉਹਦੀ ਰਾਇਲਟੀ ਪੇ ਕਰਦੇ ਰਹੇ ਬੀਕਾਨੇਰ ਵਾਲੇ, ਅਖੀਰ ਤੱਕ ਪੇ ਕਰਦੇ ਰਹੇ। ਫਿਰ ਕਈ ਸਾਲਾਂ ਬਾਅਦ, ਕੁਝ ਦਹਾਕਿਆਂ ਬਾਅਦ, ਫਿਰ ਇਹਨੇ ਰਾਇਲਟੀ ਨੂੰ ਉਡਾ ਦਿੱਤਾ। ਉਹਦਾ ਨਤੀਜਾ ਕੀ ਹੈ? ਮੁਲਕ ਦੇ ਕਿਸੇ ਵੀ ਸਟੇਟਾਂ ਦੇ ਜਿੱਥੇ ਇਹ ਪਾਣੀ ਦਰਿਆਵਾਂ ਦੇ ਵਿੱਚ ਚੱਲਦਾ ਹੈ, ਇਹ ਨੌਨ ਰਾਈਪੇਰੀਅਨ ਏਰੀਆਜ਼ ਨੂੰ ਪਾਣੀ ਦੇ ਹੀ ਨਹੀਂ ਸਕੇ ਤਕਰੀਬਨ, ਕਿਉਂਕਿ ਇਹ ਅਸੂਲ ਜਿਹੜੇ ਅੰਗਰੇਜ਼ਾਂ ਨੇ ਅਪਣਾਏ ਸੀ ਗਵਰਨੈਂਸ ਦੇ, ਇਹਨਾਂ ਨੇ ਪਛਾੜ ਦਿੱਤੇ। ਉਹ ਤੁਹਾਡਾ ਪਾਣੀ ਲਿਜਾਣਾ, ਤੁਹਾਨੂੰ ਰਾਇਲਟੀ ਦੇਤੀ, ਦੋਨੋਂ ਧਿਰਾਂ ਰਾਜੀ। ਕੀ ਕਰੇਗਾ ਕਾਜੀ? ਕੀ ਲੋੜ ਹੈ? ਲੇਕਿਨ ਇੱਥੇ ਕਾਜੀ ਪ੍ਰਧਾਨ ਬਣਨਾ ਚਾਹੁੰਦਾ ਹਰ ਚੀਜ਼ ਦੇ ਵਿੱਚ। ਇਹਨੂੰ ਕੋਈ ਸਰ ਕੈਪੀਟਲ ਦਾ ਮੁੱਦਾ
ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਕਾਰਡ ਵੰਡੇ ਗਏ, ਰਾਤੋਂ ਰਾਤ ਮੁੱਕਰ ਗਿਆ ਕੇਂਦਰ ਕਿ ਨਹੀਂ ਮਿਲੇਗਾ ਪੰਜਾਬ ਨੂੰ ਚੰਡੀਗੜ੍ਹ? ਦੇਖੋ, ਜਦੋਂ ਕੋਈ ਦੋ ਕਮਿਊਨਿਟੀਜ਼ ਨੂੰ ਲੜਾਉਣ ਪੈ ਜਾਵੇ ਫਿਰ ਇਹ ਛੋਟੀਆਂ ਗੱਲਾਂ ਹੋ ਜਾਂਦੀਆਂ। ਓਕੇ। ਜਿਹੜੀ ਚੀਜ਼ 'ਤੇ ਨੇਸ਼ਨ ਕਾਇਮ ਰਹਿੰਦੀ ਹੈ ਉਹ ਹੈ ਜਿਹੜੀ ਕਮਿਊਨਿਟੀਜ਼ ਦੀ ਹੈ ਆਪਸ ਦੇ ਵਿੱਚ ਯਕਜਹਿਤੀ, ਆਪਸ ਦੇ ਵਿੱਚ ਯੂਨਿਟੀ, ਆਪਸ ਦੇ ਵਿੱਚ ਅੰਡਰਸਟੈਂਡਿੰਗ, ਬਰਾਬਰ ਰਹਿ ਸਕਣਾ, ਇੱਕ ਦੂਜੇ 'ਤੇ ਸ਼ੱਕ ਨਾ ਕਰਨਾ। ਇਹ ਤਾਂ ਖਤਮ ਕੀ ਕਰੀ ਬੈਠੇ ਨੇ। ਕੋਈ ਮੁਸਲਮਾਨ ਲੈ ਲੈਂਦੇ, ਕਦੇ ਕ੍ਰਿਸਚਨ ਨੂੰ ਪੜ੍ਹ ਲੈਂਦੇ, ਕਦੇ ਨੰਸ ਪੜ੍ਹ ਲਈਆਂ ਹੁਣ ਦੋ, ਕਦੇ ਕੁਛ ਕਰਦੇ ਕਦੇ ਕੁਛ ਕਰਦੇ। ਇਹ ਤਾਂ ਇੰਨੀ ਸਿਆਣੀ ਬਿੱਲੀ ਕਿੱਥੋਂ ਆ ਗਈ ਕਿ ਬਾਂਦਰਾਂ ਲੜਾ ਕੇ ਆਪ ਜਿੱਤ ਜੂਗੀ ਜਦੋਂ ਚਾਰੇ ਪਾਸੇ ਸਾਨੂੰ ਦੁਸ਼ਮਣਾਂ ਨੇ ਘੇਰਿਆ ਹੋਇਆ ਹੁਣ। ਇੱਕ ਹੋਰ ਅਹਿਮ ਸਵਾਲ ਸਰ ਇਹ ਵੀ ਬਣਦਾ ਹੈ, ਜਦੋਂ ਆਪਾਂ ਕੇਂਦਰ ਦੀ ਗੱਲ ਕਰਦੇ ਹਾਂ, ਜਿਹੜੀਆਂ ਪੰਜਾਬ ਦੀਆਂ ਰਾਜਸੀ ਧਿਰਾਂ ਲੰਬੇ ਸਮੇਂ 'ਚ ਦੇਖੋ ਪੰਜਾਬ 'ਚ ਤਾਂ ਪੰਜਾਬ ਦੀਆਂ ਰਾਜਸੀ ਧਿਰਾਂ ਨੇ ਰਾਜ ਕੀਤਾ, ਕਿਤੇ ਲੱਗਦਾ ਵੀ ਉਹਨਾਂ ਦੀ ਵੀ ਬੇਈਮਾਨ ਹੈ ਪੰਜਾਬ ਦੇ ਮੁੱਦਿਆਂ ਦੇ ਉੱਤੇ। ਉਹ ਵੀ ਜੋ ਪੰਜਾਬ ਦੇ ਨਾਲ ਖੜੇ ਹੋਣਾ ਚਾਹੀਦਾ ਸੀ ਇਹਦੀ ਬਜਾਏ ਉਹ ਕੇਂਦਰ ਨਾਲ ਹੱਥ ਮਿਲਾਉਂਦੇ ਰਹੇ। ਇਹ ਚੀਜ਼ਾਂ ਤਾਂ ਸਾਨੂੰ ਤਾਂ ਬਹੁਤ ਜ਼ਾਹਰ ਨੇ ਕਿ ਹਰ ਕਿਸੇ ਨੇ ਧੋਖਾ ਕੀਤਾ ਹੈ। ਹਰ ਕੋਈ ਸਾਡੀ ਇੰਪੋਰਟੈਂਸ ਨੂੰ, ਪੰਜਾਬ ਦੀ ਇੰਪੋਰਟੈਂਸ ਨੂੰ ਘਟਾਉਣਾ ਚਾਹੁੰਦਾ ਹੈ। ਵੇਲੇ ਸਿਰ ਜਦੋਂ ਹੈ ਇਹਨਾਂ ਨੂੰ ਲੋੜ ਪੈਂਦੀ ਹੈ ਉਦੋਂ ਆ ਜਾਂਦੇ ਹੈ, ਪਿਛਲੀਆਂ ਗੱਲਾਂ ਵੀ ਸੁਣਾਉਣਗੇ ਜੀ, ਬੱਲਾ ਬੜੀ ਕੁਰਬਾਨੀ ਕੀਤੀ ਜੀ, ਇਹਨੇ ਕੀਤੀ ਉਹਨੇ ਕੀਤੀ, ਲੇਕਿਨ ਵਿੱਚੋਂ ਕੋਈ ਵੀ ਸਿੰਸੀਅਰ ਨਹੀਂ ਹੈ। ਉਹ ਲੋਕਾਂ ਵਾਸਤੇ ਨਹੀਂ ਸਿੰਸੀਅਰ ਹੈ, ਸਾਡੇ ਵਾਸਤੇ ਤਾਂ ਕਿਹਨੇ ਹੋਣਾ। ਸਰ ਜਦੋਂ ਆਪਾਂ ਕਿਸਾਨੀ ਮੁੱਦੇ ਦੀ ਗੱਲ ਕਰਦੇ ਹਾਂ, ਇਸ ਗੱਲ 'ਤੇ ਮੈਂ ਦੁਬਾਰਾ ਇਸ ਕਰਕੇ ਆ ਰਿਹਾ ਕਿਉਂਕਿ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਦੇਸ਼ ਵਿੱਚ ਇਹ ਹੈ। ਕੀ ਲੱਗਦਾ ਹੈ ਕਿ ਇਸ ਮਾਮਲੇ ਦੇ ਉੱਤੇ ਜਿਹੜਾ ਅਖੀਰ ਕਿਸਾਨ ਜਿੱਤ ਕੇ ਘਰਾਂ ਨੂੰ ਮੁੜਨਗੇ, ਇਹਨਾਂ ਭਰੋਸਾ ਕੀਤਾ ਜਾ ਸਕਦਾ ਹੈ? ਇਹਨਾਂ ਦੇ ਰਿਜ਼ਲਟ ਆਪਾਂ ਕੱਢੀਏ ਇਹ ਆਪਾਂ ਨੂੰ ਸ਼ੋਭਾ ਨਹੀਂ ਦਿੰਦਾ। ਇਹ ਆਪਾਂ ਅਸੂਲ ਦੇਖਣੇ ਨੇ ਦੋਨੋਂ ਧਿਰਾਂ ਦੇ। ਆਪਾਂ ਆਪਣੇ ਕੋਲ ਐਜੂਕੇਸ਼ਨ ਹੈ, ਤਜਰਬਾ ਹੈ, ਆਪਾਂ ਨੂੰ ਇਹ ਚੀਜ਼ ਮੈਰਿਟ 'ਤੇ ਕੰਸੀਡਰ ਕਰਨੀ ਪੈਣੀ ਹੈ। ਇਹ ਨਹੀਂ ਵੀ ਜਿੱਤੂਗਾ ਕੌਣ ਅਤੇ ਹਾਰੂਗਾ ਕੌਣ। ਜੇ ਹਾਰੂਗਾ ਤਾਂ ਦੋਨੋਂ ਧਿਰਾਂ ਹਾਰਨਗੀਆਂ, ਜੇ ਜਿੱਤਣਗੀਆਂ ਤਾਂ ਦੋਨੋਂ ਧਿਰਾਂ ਜਿੱਤਣਗੀਆਂ। ਜੇ ਇਹ ਰਲ ਬੈਠ ਕੇ ਫੈਸਲਾ ਕਰ ਲੈਣ ਤਾਂ ਉਹਦੇ ਵਿੱਚ ਦੋਨਾਂ ਦੀ ਜਿੱਤ ਹੈ, ਕਿਸੇ ਦੀ ਹਾਰ ਨਹੀਂ ਹੈ। ਸਰ ਬਹੁਤ ਵੱਡਾ ਸਵਾਲ ਤੁਸੀਂ ਕਰ ਰਹੇ ਹੋ ਕਿ ਜੇ ਹਾਰਨਗੀਆਂ ਤਾਂ ਦੋਨੇ ਤਰ੍ਹਾਂ ਹਾਰਨਗੀਆਂ ਅਤੇ ਜਿੱਤਣਗੀਆਂ ਤਾਂ ਦੋਨੇ ਤਰ੍ਹਾਂ ਜਿੱਤਣਗੀਆਂ, ਪਰ ਇਹਦੇ ਸਵਾਲ 'ਚੋਂ ਸਰ ਇੱਕ ਗੱਲ ਜਿਹੜੀ ਹੈਗੀ ਹੈ ਤੈਅ ਹੁੰਦੀ ਹੈ ਕਿ ਜਿਹੜਾ ਕਿਸਾਨ ਅੰਦੋਲਨ ਹੈ ਉਹ ਕੇਵਲ ਜਿਹੜਾ ਖੇਤੀ ਮੁੱਦੇ ਤੱਕ ਇਸ ਵੇਲੇ ਸੀਮਿਤ ਨਹੀਂ ਹੈ ਕਿ ਇਹ ਦੇਸ਼ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਦੇ ਵੱਲ ਵੀ ਸਮਰੱਥ ਹੋ ਸਕਦਾ ਹੈ। ਦੇਖੋ, ਅੱਜ ਕੱਲ੍ਹ ਦੇ ਪੋਲੀਟੀਸ਼ੀਅਨਾਂ ਨੂੰ ਆਪਾਂ ਕਿੰਨੇ ਜ਼ਿਆਦਾ ਜਾਣਦੇ ਹਾਂ, ਕਿੰਨੇ ਸਾਲਾਂ ਤੋਂ ਜਾਣਦੇ ਹਾਂ। ਜਿਹੜੇ ਕਿਸਾਨ ਲੀਡਰ ਨੇ ਇਹ ਪਿਛਲੇ 50-55 ਸਾਲਾਂ ਤੋਂ ਇਸ ਪਾਸੇ ਲੱਗੇ ਹੋਏ ਆ। ਇਹਨਾਂ ਦੇ ਬਾਰੇ ਹਰ ਕਿਸੇ ਨੂੰ ਹਰ ਕੁਝ ਪਤਾ ਹੈ। ਜਿਹੜਾ ਬੰਦਾ ਨਹੀਂ ਸੀ ਠੀਕ ਉਹ ਡਿਸਕਾਰਡ ਹੋ ਕੇ ਸਟੇਜ 'ਤੇ ਜਾਣ ਜੋਗਾ ਨਹੀਂ ਰਿਹਾ ਇਹਨਾਂ 'ਚੋਂ। ਜਿਹੜੇ ਹੁਣ ਨੇ ਇਹ ਲੱਠ ਬੰਦੇ ਨੇ, ਇਹ ਇਮਾਨਦਾਰੀ ਹੈ ਇਹਨਾਂ ਕੋਲ, ਇਹਨਾਂ ਕੋਲ ਮਿਹਨਤ ਕਰਨ ਦੀ ਆਦਤ ਹੈ, ਇਹਨਾਂ ਦਾ ਜਿਗਰਾ ਹੈ, ਇਹਨਾਂ ਦਾ ਤਰਕ ਹੈ, ਦਿਮਾਗ ਇਹਨਾਂ ਦਾ ਚੱਲਦਾ ਹੈ। ਇਹ ਜਨਾਬ ਇਹਨਾਂ ਦੇ ਬਰਾਬਰ ਇਸ ਵੇਲੇ ਕਿਸੇ ਵੀ ਧਿਰ ਦੀ ਲੀਡਰਸ਼ਿਪ ਇੰਨੀ ਕਾਬਿਲ ਨਹੀਂ ਹੈ ਜਿੰਨੀ ਮੈਂ ਕਿਸਾਨਾਂ ਦੀ ਲੀਡਰਸ਼ਿਪ ਦੀ ਧਿਰ ਜਿਹੜੀ ਦੇਖੀ ਆ ਇਸ ਵੇਲੇ। ਉਹ ਅਕਲਮੰਦੀ, ਸਿਆਣਪ, ਇਮਾਨਦਾਰੀ, ਮਿਹਨਤ ਦੇ ਵਿੱਚ ਸਾਰਿਆਂ ਨਾਲੋਂ ਸਿਰ ਕੱਢ ਹੈ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਇਹਦੇ ਨਾਲ ਲੱਗਦਾ ਹੈ, ਚਾਹੇ ਸਿਸਟਮ ਦੇਸ਼ ਦੀ ਗੱਲ ਕਰ ਲਈਏ, ਆਪਾਂ ਪੰਜਾਬ 'ਚ ਬੈਠੇ ਜੇ ਪੰਜਾਬ ਦੀ ਵੀ ਗੱਲ ਕਰੀਏ, ਜਿਹੜਾ ਬੇਈਮਾਨ ਅਤੇ ਭ੍ਰਿਸ਼ਟ ਸਿਸਟਮ ਹੋ ਚੁੱਕਾ ਹੈ ਉਹਨੂੰ ਵੀ ਕਿਤੇ ਠੱਲ ਪੈਣ ਦੀ ਉਮੀਦ ਕੀਤੀ ਜਾ ਸਕਦੀ ਹੈ ਜਦੋਂ ਇਸ ਤਰ੍ਹਾਂ ਜਿਹੜਾ ਹੈਗਾ ਜਿਵੇਂ ਕਹਿੰਦੇ ਕਿ ਸੋਨਾ ਅੱਗ 'ਚੋਂ ਨਿਕਲ ਕੇ ਬਾਹਰ ਆਏਗਾ ਤਾਂ ਫਿਰ ਉਹਦੀ ਚਮਕ ਹੀ ਵੱਖਰੀ ਹੁੰਦੀ ਹੈ। ਦੇਖੋ, ਰਾਜ ਤਾਂ ਕਿਹਦੇ ਕੋਲ ਰਹਿਣਾ? ਅਕਾਲੀਆਂ ਕੋਲ ਰਹਿਣਾ, ਬਾਦਲ ਸਾਹਿਬ ਦੇ ਪਰਿਵਾਰ ਕੋਲ ਰਹਿਣਾ, ਕਾਂਗਰਸ ਕੋਲ ਰਹਿਣਾ, ਉਹ ਸੈਂਟਰ ਦੀ ਹਾਈ ਕਮਾਂਡ ਹੈਗੀ ਹੈ ਉਹਦੇ ਕੋਲ ਰਹਿਣਾ। ਉਹਨਾਂ ਤੋਂ ਤੁਸੀਂ ਮੈਨੂੰ ਦੱਸੋ ਵੀ ਤੁਹਾਨੂੰ ਕੀ ਉਮੀਦ ਹੈ ਉਹਨਾਂ ਤੋਂ? ਇਸ ਵੇਲੇ ਵੀ ਹੁਣ ਆਪਾਂ ਰਾਜ ਦੇਖ ਰਹੇ ਹਾਂ ਇੱਕ, ਮੈਨੂੰ ਤਾਂ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਪੁਰਾਣੇ ਬਾਦਲ ਸਾਹਿਬ ਉਹਨਾਂ ਦੀ ਸਰਕਾਰ ਵੇਲੇ ਤਾਂ ਹੁੰਦੀ ਸੀ ਰੇਤਾ, ਹਾਂਜੀ, ਫਿਰ ਹੁੰਦਾ ਸੀ ਜੀ ਡਰੱਗਸ, ਅਤੇ ਇੱਕ ਅੱਧੀ ਗੱਲ ਕੋਈ ਹੋਰ ਇੱਦਾਂ ਦੀ ਸੀ ਵੀ ਹਾਂ ਸੈਕ ਰਿਲੀਜ਼ ਹੋ ਗਿਆ, ਹੋਰ ਹੋ ਗਿਆ, ਹੈ ਜੀ।
ਹੁਣ ਵਾਲੀਆਂ ਚੀਜ਼ਾਂ 'ਚ ਆਪਾਂ ਦੇਖੀਏ ਤੇ ਕੀ ਇਹਦੇ ਵਿੱਚ ਹੁਣ ਸ਼ਰਾਬ ਐਡ ਹੋ ਗਈ। ਘਟਣੀ ਤਾਂ ਕੋਈ ਕੀ ਸੀਗੀ, ਹਾਂਜੀ, ਸ਼ਰਾਬ ਐਡ ਹੋ ਗਈ ਹੈ। ਤੇ ਪਟਿਆਲੇ ਵਰਗੇ ਏਡੀਆਂ ਏਡੀਆਂ ਤੋਪਾਂ ਨੇ ਸਾਡੀਆਂ ਪੋਲੀਟੀਕਲ, ਉਸ ਜ਼ਿਲ੍ਹੇ ਤੋਂ ਏਡੀਆਂ ਵੱਡੀਆਂ ਵੱਡੀਆਂ ਤੋਪਾਂ। ਉੱਥੇ ਕਹਿੰਦੇ ਕਈ ਡਿਸਟਿਲਰੀਜ਼ ਮਿਲੀਆਂ ਨੇ ਜਿਹੜੀਆਂ ਇਲੀਗਲੀ ਕੰਮ ਕਰ ਰਹੀਆਂ। ਤੇ ਕੋਈ ਸਾਡੀ ਜਿਹੜੀ ਰਾਜਸੀ ਜਮਾਤ ਹੈ ਜਾਂ ਸਾਡੀ ਸਰਕਾਰ ਹੈ, ਇਹਨਾਂ ਦਾ ਖੂਨ ਨਹੀਂ ਖੋਲਦਾ ਕਿ ਸਾਡੀਆਂ ਨਜ਼ਰਾਂ ਹੇਠ ਕਿਵੇਂ ਕੋਈ ਇੱਦਾਂ ਮਰ। ਸਾਡਾ ਤਾਂ ਖੂਨ ਖੋਲ ਜਾਂਦਾ ਸੀ। ਅਸੀਂ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਕਿ ਇਹਨੂੰ ਇੱਦਾਂ ਕਰਨ ਦਈਏ ਜਾਂ ਕਿਸੇ ਨੂੰ ਇਹੋ ਜਿਹੀ ਓਵਰਲੁੱਕ ਕਰੀਏ ਜਾਂ ਕਿਸੇ ਨੂੰ ਯਾਰ ਮੰਨ ਲਈਏ। ਅਤੇ ਇਹ ਜਿਹਨਾਂ ਨਾਲ ਲੜਦੇ ਲੁੜਦੇ ਰਹੇ ਹੁਣ ਉਹਨਾਂ ਨਾਲ ਯਾਰੀਆਂ ਪੈ ਗਈਆਂ ਨੇ। ਅਤੇ ਇਹਨਾਂ ਦਾ ਕੀ ਕਹਿਣਾ, ਬਾਕੀ ਤੁਸੀਂ ਮੈਨੂੰ ਦੱਸ ਦਿਓ ਕਿਹੜੀ ਧਿਰ ਹੈ ਜੀ ਇਹਨਾਂ ਤੋਂ ਚੰਗੀ। ਜੀ ਬਿਲਕੁਲ, ਜਿਹੜਾ ਇਹਦਾ ਫੈਸਲਾ ਪੰਜਾਬੀ ਕਰਨਗੇ ਕਿ ਕਿਹੜੀ ਧਿਰ ਚੰਗੀ ਹੈ। ਪਰ ਇਹ ਹੈ ਕਿ ਮੈਂ ਪੰਜਾਬੀਆਂ ਦੇ ਲਈ ਸੁਨੇਹਾ ਜ਼ਰੂਰ ਤੁਹਾਡੇ ਕੋਲੋਂ ਆਖਰੀ ਸਵਾਲ ਦੇ ਤੌਰ 'ਤੇ ਲੈਣਾ ਚਾਹਾਂਗਾ। ਆਪਾਂ ਜਿਸ ਮੁੱਦੇ 'ਤੇ ਗੱਲ ਸ਼ੁਰੂ ਕੀਤੀ, ਕਿਸਾਨੀ ਅੰਦੋਲਨ ਨੂੰ ਲੈ ਕੇ, ਸਭ ਤੋਂ ਵੱਡਾ ਅੰਦੋਲਨ ਪੂਰਾ ਦੇਸ਼ ਇਸ ਵੇਲੇ ਲੜ ਰਿਹਾ, ਪਰ ਪੰਜਾਬ ਵੱਲ ਦੇਖ ਰਿਹਾ। ਕੀ ਸੁਨੇਹਾ ਦਿਓਗੇ ਪੰਜਾਬੀਆਂ ਨੂੰ ਇਸ ਅੰਦੋਲਨ ਦੇ ਮੱਦੇਨਜ਼ਰ? ਪੰਜਾਬੀਓ, ਅਸੀਂ ਜਦੋਂ ਛੋਟੇ ਹੁੰਦੇ ਸੀ ਸਰਵਿਸ ਦੇ ਵਿੱਚ, ਉਦੋਂ ਇਹ ਕਿਹਾ ਜਾਂਦਾ ਸੀ ਕਿ ਪੰਜਾਬੀ ਡਜ਼ ਵੈਲ ਇਨ ਸਪਾਈਟ ਆਫ ਦ ਗਵਰਨਮੈਂਟ, ਕਿ ਪੰਜਾਬੀ ਜਿਹੜਾ ਹੈ ਸਰਕਾਰ ਤੋਂ ਹਟਵਾਂ ਹੀ ਆਪਣੇ ਆਪ ਦਾ ਧਿਆਨ ਕਰਦਾ ਹੈ। ਸੋ ਤੁਸੀਂ ਯਾਦ ਰੱਖਣਾ ਪੰਜਾਬੀਓ, ਤੁਸੀਂ ਇਹ ਗੱਲ ਯਾਦ ਰੱਖਣੀ ਹੈ ਕਿ ਤੁਸੀਂ ਸਰਕਾਰਾਂ 'ਤੇ ਮੁਨਸਰ ਨਹੀਂ ਕਰਨਾ, ਤੁਸੀਂ ਆਪਣੇ ਆਪ ਨੂੰ ਆਪ ਸਾਂਭਣਾ ਹੈ। ਤੁਹਾਡੀ ਸਿਹਤਾਂ ਦੀ ਜਿਹੜੀ ਇੰਤਜ਼ਾਮ ਸੀ ਉਹ ਫੇਲ ਕਰ ਦਿੱਤੇ। ਹੈਲਥ ਡਿਪਾਰਟਮੈਂਟ, ਮੈਂ 2 ਸਾਲ ਸੈਕਟਰੀ ਰਿਹਾ, ਇੰਨਾ ਕਾਮਯਾਬ ਡਿਪਾਰਟਮੈਂਟ ਹੈ। ਕਰੀਮ ਆਫ ਦ ਸੁਸਾਇਟੀ ਉਸ ਡਿਪਾਰਟਮੈਂਟ ਵਿੱਚ ਹੈ। ਕਿਸੇ ਹੋਰ ਡਿਪਾਰਟਮੈਂਟ ਵਿੱਚ ਇੰਨਾ ਹਾਈ IQ ਨਹੀਂ ਹੈ ਜਿੰਨਾ ਉਸ ਡਿਪਾਰਟਮੈਂਟ। ਉਹਦੇ 5 ਹਿੱਸੇ ਕਰ ਦਿੱਤੇ, ਉੱਪਰ IAS ਬਿਠਾ ਦਿੱਤੇ। ਵੀ ਸਾਰਿਆਂ ਨੂੰ ਜਿਹੜੀ ਕਰੀਮ ਆਫ ਦ ਸੁਸਾਇਟੀ ਜਿਹੜੇ ਡਿਪਾਰਟਮੈਂਟਸ ਹੈ ਉਹਨੂੰ ਤੁਸੀਂ ਸਗੋਂ ਸੈਕਟਰੀ ਬਣਾਓ, ਉਹਨਾਂ ਦੇ ਤੁਸੀਂ ਮਿਨਿਸਟਰ ਲੈਣੇ ਸ਼ੁਰੂ ਕਰੋ। ਇਹ ਪੋਲੀਟੀਸ਼ੀਅਨ ਅਤੇ ਬਿਊਰੋਕਰੈਟ ਪਤਾ ਨਹੀਂ ਕੀ ਸੋਚ ਹੈ ਇਹਨਾਂ ਦੀ, ਕਿ ਕੋਈ ਜਗ੍ਹਾ ਵੀ ਨਹੀਂ ਛੱਡਣਾ ਚਾਹੁੰਦੇ ਕਿਸੇ ਵਾਸਤੇ। ਜੇ ਵਾਈਸ ਚਾਂਸਲਰ ਹੁੰਦਾ ਸੀ ਸਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ, ਹਾਇਰ ਐਜੂਕੇਸ਼ਨ ਦੇ ਵਿੱਚ, ਅੰਗਰੇਜ਼ਾਂ ਨੇ ਵੇਲੇ ਆਟੋਨੋਮੀ ਦਿੱਤੀ ਸੀ। ਇਹਨਾਂ ਕੋਲ ਬਰਦਾਸ਼ਤ ਨਹੀਂ ਹੁੰਦਾ। ਗਵਰਨਿੰਗ ਬੋਰਡ ਬਣਾਏ ਜਾਂ ਉੱਪਰ ਹੋਰ ਬਿਠਾਏ, ਕੋਈ ਮਿਨਿਸਟਰ ਬਣਾ ਤਾ। ਨਹੀਂ ਤਾਂ ਅੰਗਰੇਜ਼ਾਂ ਦੀ ਜਿਹੜੀਆਂ ਬਣਾਈਆਂ ਹੋਈਆਂ ਯੂਨੀਵਰਸਿਟੀਆਂ, ਉਹਨਾਂ ਦੇ ਵਾਈਸ ਚਾਂਸਲਰ ਸਭ ਕੁਛ ਹੁੰਦਾ। ਸੋਚ ਸਮਝ ਕੇ ਉਹ ਬੰਦੇ ਨੂੰ ਚੁਣੋ, ਉਹ ਮੁੜ ਕੇ ਉਹਦੇ ਤੋਂ ਕੰਮ ਲਓ। ਇਹ ਚੀਜ਼ਾਂ ਕਰਨ ਦੀ ਬਜਾਏ ਉਹਨਾਂ ਦੀ ਭੰਨ ਤੋੜ ਕਰੀ ਜਾ ਰਹੇ, ਵਿਗਾੜ ਪਾਈ ਜਾ ਰਹੇ ਆ। ਹੈਲਥ ਡਿਪਾਰਟਮੈਂਟ ਰੂਰਲ ਏਰੀਆ 'ਚ ਖ਼ਤਮ ਕਰਤਾ ਹੈ। ਐਜੂਕੇਸ਼ਨ ਸਰਕਾਰੀ ਸਕੂਲ 'ਚ ਅੱਜ ਕੱਲ੍ਹ ਗਰੀਬ ਤੋਂ ਗਰੀਬ ਬੱਚਾ ਪੜ੍ਹਦਾ ਹੈ। ਇਹ ਅਸੀਂ ਉੱਥੇ ਕਰਵਾਇਆ ਸੀਗਾ ਪੰਜਾਬੀ ਯੂਨੀਵਰਸਿਟੀ ਵਿੱਚ ਸਰਵੇ, ਔਰ ਪੰਜਾਬੀ ਕਿੰਨੇ ਘੱਟ ਰਹਿ ਗਏ ਹੈ। ਟੈਕਨੀਕਲ ਕੋਰਸਾਂ ਵਿੱਚ 1% ਰਹਿ ਗਏ, 4 ਹਾਇਰ ਐਜੂਕੇਸ਼ਨ ਵਿੱਚ 4% ਰਹਿ ਗਏ ਸੀ ਉਦੋਂ। ਇਹ ਸਿਰਫ ਇਹਨਾਂ ਨਲਾਇਕੀ ਸਾਡੀ ਸਰਕਾਰਾਂ ਦੀ। ਤਾਂ ਪੰਜਾਬੀਆਂ ਨੇ ਜੇ ਆਪਣੇ ਆਪ ਨੂੰ ਨਾ ਸੰਭਾਲਿਆ, ਹੋਰ ਉਹਨਾਂ ਕੌਣ ਸੰਭਾਲੂਗਾ? ਜੀ ਸਰ, ਜਦੋਂ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਹਾਂ, ਅਖੀਰੀ ਫਿਰ ਜਿਹੜਾ ਨਲਾਇਕੀ ਸਿਸਟਮ ਦੇ ਵਿੱਚ ਹੈ, ਤਾਂ ਇਹਦੇ ਖਿਲਾਫ ਖੜਾ ਵੀ ਪੰਜਾਬੀਆਂ ਨੂੰ ਹੀ ਹੋਣਾ ਪਵੇਗਾ ਇਹਦੀ ਦਰੁਸਤੀ ਦੇ ਲਈ। ਦੇਖੋ, ਆਪਾਂ ਤਾਂ ਲਾਈਵ ਵਿੱਚ ਵੀ ਠੀਕ ਸੀਗੇ ਔਰ ਦਰੁਸਤ ਵੀ ਰਹੇ ਹਾਂ ਔਰ ਦਰੁਸਤ ਕਰਦੇ ਵੀ ਰਹੇ ਹਾਂ, ਸੱਚੀ ਗੱਲ ਹੈ। ਤੋ ਆਪਾਂ ਨੂੰ ਤਾਂ ਕੋਈ ਉਲਾਮਾ ਨਹੀਂ ਆਉਂਦਾ, ਲੇਕਿਨ ਹਾਂ, ਜਿੰਨੀ ਦੇ ਜਾਨ ਹੈ ਆਦਮੀ ਨੂੰ ਆਪਣੇ ਸੂਲ 'ਤੇ ਖੜੇ ਰਹਿਣਾ ਚਾਹੀਦਾ ਔਰ ਰਹਿਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਮਿਹਰਬਾਨੀ। ਇਹ ਸਨ ਸਾਹਿਬ ਬੋਪਾ ਰਾਏ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਅਤੇ ਪੰਜਾਬ ਦੇ ਅਹਿਮ ਮੁੱਦਿਆਂ 'ਤੇ ਖੁੱਲ੍ਹ ਕੇ ਸਾਡੇ ਨਾਲ ਕੀਤੀ ਹੈ ਚਰਚਾ। ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਅਗਲੇ ਹਫ਼ਤੇ ਆਪਾਂ ਇੰਝ ਹੀ ਕਿਸੇ ਹੋਰ ਅਹਿਮ ਹਸਤੀ ਦੇ ਨਾਲ ਕਰਾਂਗੇ ਮੁਲਾਕਾਤ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।